ਜ਼ਿਆਦਾ ਪੁਰਾਣੀ ਗੱਲ ਨਹੀਂ ਹੈ ਜਦੋਂ ਮਨੁੱਖ ਨੇ ਜ਼ਮੀਨ ਉੱਤੇ, ਸਮੁੰਦਰ ਵਿੱਚ ਅਤੇ ਹਵਾ ਵਿੱਚ ਲੜਾਈਆਂ ਕੀਤੀਆਂ ਸਨ। ਇਹ 20ਵੀਂ ਸਦੀ ਅਤੇ ਭੂਤਕਾਲ ਦੀ ਗੱਲ ਸੀ। ਹੁਣ 21ਵੀਂ ਸਦੀ ਹੈ ਜਿੱਥੋਂ ਅਸੀਂ ਚੌਥੀ ਡਾਇਮੈਂਸ਼ਨ ਦੇ ਉਤਥਾਨ ਨੂੰ ਦੇਖਿਆ ਹੈ, ਅੰਤਰਿਕਸ਼। ਇਹ ਸਾਡੇ ਸਮੇਂ ਦੀ ਕਹਾਣੀ ਹੈ। ਮਿਸ਼ਨ ਸ਼ਕਤੀ। अंतरिक्ष विच भारत की पहली एंटी सैटेलाइट मिसाइल। एक चीज जो कैमरे वांग है, एक ड्रोन वांग दुश्मनां दे खेतर ਵਿੱਚ ਜਾਣ ਲਈ ਅਤੇ ਫਿਰ ਡਰੋਨ ਲਕਸ਼ ਵਾਲੇ ਖੇਤਰ ਨੂੰ ਸੈੱਟ ਕਰਦਾ ਹੈ ਅਤੇ ਫਿਰ ਮਿਸਾਈਲ ਉੱਥੇ ਜਾਂਦੀ ਹੈ ਜਿੱਥੇ ਡਰੋਨ ਨੇ ਖੇਤਰ ਨੂੰ ਸੈੱਟ ਕੀਤਾ ਹੈ। ਮਿਸਾਈਲ ਇੱਕ ਅਜਿਹੀ ਚੀਜ਼ ਹੈ ਜਿਸ ਨੂੰ ਹੱਥ ਜਾਂ ਮਕੈਨੀਕਲ ਮਸ਼ੀਨ ਦੁਆਰਾ ਕਿਸੇ ਲਕਸ਼ ਤੇ ਜ਼ੋਰ ਨਾਲ ਸੁੱਟਿਆ ਜਾਂਦਾ ਹੈ, ਪਰ ਜਿਹੜਾ ਰਾਕਟ ਹੈ। Welcome back, and yes, we are on the big story about the massive accomplishment by India. The Prime Minister ਵੀਰ ਜੀ, ਤੁਸੀਂ ਵਿਗਿਆਨ ਦੀ ਪੇਸ਼ਕਾਰੀ ਲਈ ਕੀ ਕਰ ਰਹੇ ਹੋ? कुछ ही समय पूर्व हमारे वैज्ञानिकों ने अंतरिक्ष में, स्पेस में 300 किलोमीटर दूर LEO, लो अर्थ ऑर्बिट में एक लाइव सैटेलाइट को मार गिराया। मिशन शक्ति से जुड़े सभी DRDO वैज्ञानिकों, अनुसंधानकर्ताओं तथा अन्य संबंधित कर्मियों को ਭਾਜੀ, ਤੁਸੀਂ ਵਿਗਿਆਨ ਦੀ ਪੇਸ਼ਕਾਰੀ ਲਈ ਆਖਿਰ ਕੀ ਫੈਸਲਾ ਕੀਤਾ ਹੈ? ਫਿਜਟ ਸਪਿਨਰ ਕੁਕੀ। ਇਸ ਵਾਰ ਮੈਂ ਕੁਝ ਬਹੁਤ ਖਾਸ ਪੇਸ਼ ਕਰਨ ਵਾਲਾ ਹਾਂ ਜੋ ਸਾਡੇ ਦੇਸ਼ ਦੇ ਹਾਲ ਹੀ ਦੇ ਮਾਣ ਵਾਲੇ ਪਲ ਬਾਰੇ ਹੈ। ਹਾਲ ਹੀ ਦੇ ਕੀ? ਭਾਰਤ ਦੀ ਪਹਿਲੀ ਐਂਟੀ ਸੈਟੇਲਾਈਟ ਮਿਸਾਈਲ ਦਾ ਦਾਗਣਾ। ਬੂਮ। ਐਂਟੀ ਸੈਟੇਲਾਈਟ? ਇਹ ਕਿਸ ਤਰ੍ਹਾਂ ਦੀ ਸੈਟੇਲਾਈਟ ਹੈ? ਨਾ ਕੁਕੀ, ਇਹ ਸੈਟੇਲਾइट नहीं है, ये एक मिसाइल है, MISSILE, ठीक है। ਸੁਣ, ਐਂਟੀ ਸੈਟੇਲਾਈਟ ਇੱਕ ਹਥਿਆਰ ਹੈ ਜਿਸ ਨੂੰ ਅੰਤਰਿਕਸ਼ ਵਿੱਚ ਦੁਸ਼ਮਣਾਂ ਦੇ ਸੈਟੇਲਾਈਟ ਨੂੰ ਮਾਰਨ ਲਈ ਡਿਜ਼ਾਈਨ ਕੀਤਾ ਜਾਂਦਾ ਹੈ। ਇਹ ਕਈ ਤਰੀਕੇ ਨਾਲ ਨੁਕਸਾਨ ਪਹੁੰਚਾ ਸਕਦੇ ਹਨ, ਜਿਵੇਂ ਕਿ ਸਾਡੇ ਸੈਟੇਲਾਈਟ ਨੂੰ ਮਾਰ ਕੇ ਜਾਂ ਫਿਰ ਸੰਚਾਰਾਂ ਵਿੱਚ ਰੁਕਾਵਟ ਪਾ ਕੇ। ਅੰਤਰਿਕਸ਼ 'ਚ ਸੈਟੇਲਾਈਟ ਨੂੰ ਨਸ਼ਟ ਕਰਨਾ? ਹਾਂ, ਏਸ਼ੀਅਨ ਮਿਸਾਈਲਾਂ ਸਾਡੇ ਸੈਟੇਲਾਈਟ ਦੇ ਰਖਵਾਲਿਆਂ ਵਾਂਗ ਹਨ, ਜਿਸ ਦੀ ਇੱਕ ਆਸਾਨ ਰਣਨੀਤੀ ਹੈ ਕਿ ਹਮਲੇ ਲਈ ਹਮਲਾ ਕਰੋ। ਮਿਸ਼ਨ ਸ਼ਕਤੀ ਦੇ ਨਾਲ ਅਸੀਂ ਹੁਣ ਅੰਤਰਿਕਸ਼ ਵਿੱਚ ਸੈਟੇਲਾਈਟ ਨੂੰ ਨਸ਼ਟ ਕਰਨ ਦੀ ਸਾਡੀ ਯੋਗਤਾ ਨੂੰ ਪ੍ਰਮਾਣਿਤ ਕੀਤਾ ਹੈ। ਹੁਣ ਸਾਡੀਆਂ ਏਸ਼ੀਅਨ ਮਿਸਾਈਲਾਂ ਦੇ ਡਰ ਨਾਲ ਸਾਡੇ ਦੁਸ਼ਮਣ ਸਾਡੇ ਸੈਟੇਲਾਈਟ ਵਿੱਚ ਦਖਲ ਦੇਣ ਤੋਂ ਪਹਿਲਾਂ 2 ਵਾਰ ਸੋਚਣਗੇ। ਇਸ ਨੂੰ ਡਿਟਰੈਂਸ ਕਿਹਾ ਜਾਂਦਾ ਹੈ। ਸਮਝ ਆਈ ਬੁੱਧੂ? ਭਾਜੀ, ਮੈਂ ਇਹ ਪੇਸ਼ਕਸ਼ ਇਸ ਕਰਕੇ ਕਰ ਰਿਹਾ ਹਾਂ ਤਾਂ ਕਿ ਸਕੂਲ ਵਿੱਚ ਹਰ ਇੱਕ ਨੂੰ ਮਿਸ਼ਨ ਸ਼ਕਤੀ ਬਾਰੇ ਪਤਾ ਚੱਲੇ ਤੇ ਜਦੋਂ ਮੈਂ ਵੱਡਾ ਹੋਵਾਂ ਤਾਂ ਮੈਂ ਇੱਕ ਵਿਗਿਆਨਕ ਬਣਾ ਤੇ ਮੈਂ ਦੇਸ਼ ਦੀ ਰੱਖਿਆ ਕਰਨ ਲਈ ਚੁਣੌਤੀਪੂਰਨ ਪਰਿਯੋਜਨਾਵਾਂ ਤੇ ਕੰਮ ਕਰਾਂ। ਭਾਜੀ, ਪਰ ਉਸ ਲਈ ਤੁਹਾਨੂੰ ਇੱਕ ਬਹਾਦਰ ਸੈਨਿਕ ਬਣਨਾ ਪਵੇਗਾ, ਨਾ ਕਿ ਵਿਗਿਆਨਕ। ਨਹੀਂ ਕਿਉਂਕਿ ਉਹ ਸਾਡੇ ਵਿਗਿਆਨਕ ਹੀ ਨੇ ਜੋ ਇਹਨਾਂ ਹਥਿਆਰਾਂ ਤੇ ਏਸ਼ੀਅਨ ਮਿਸਾਈਲਾਂ ਦਾ ਵਿਕਾਸ ਕਰਦੇ ਹਨ ਤੇ ਕੀ ਉਹ ਰੱਖਿਆ ਨਹੀਂ ਕਰ ਰਹੇ? ਸਾਡਾ ਦੇਸ਼, ਸਾਡੀ ਸੈਟੇਲਾਈਟ, ਮੈਨੂੰ ਪਤਾ ਹੈ, ਪਰ ਇਹ ਸੈਟੇਲਾਈਟਾਂ ਕੀ ਹਨ? ਉਹ ਕੀ ਕਰਦੀਆਂ ਹਨ? ਸੈਟੇਲਾਈਟ ਉਹ ਹੁੰਦੀਆਂ ਹਨ ਜੋ ਸਾਡੇ ਟੀਵੀ ਚੈਨਲ ਅਤੇ ਸਾਡੇ ਨਕਸ਼ੇ, ਗੂਗਲ ਨਕਸ਼ੇ ਅਤੇ ਇਸੇ ਤਰ੍ਹਾਂ ਦੇ ਡਾਟਾ ਪ੍ਰਦਾਨ ਕਰਨ ਲਈ ਧਰਤੀ ਦੇ ਚੱਕਰ ਲਗਾਉਂਦੀਆਂ ਰਹਿੰਦੀਆਂ ਹਨ। ਮਨੁੱਖ ਵੱਲੋਂ ਨਿਰਮਿਤ ਸੈਟੇਲਾਈਟਾਂ ਵਿੱਚ ਔਨਬੋਰਡ ਕੰਪਿਊਟਰ, ਸੋਲਰ ਪੈਨਲ, ਕੈਮਰੇ, ਸੈਂਸਰ ਆਦਿ ਹੁੰਦੇ ਹਨ ਜੋ ਕਿ ਸਾਨੂੰ ਬੱਦਲਾਂ, ਸਮੁੰਦਰਾਂ, ਜ਼ਮੀਨ, ਬਰਫ਼ ਬਾਰੇ ਜਾਣਕਾਰੀ ਭੇਜਦੇ ਹਨ। ਕੁਝ ਫੌਜੀ ਸੈਟੇਲਾਈਟਾਂ ਹੁੰਦੀਆਂ ਹਨ ਜਿਨ੍ਹਾਂ ਦਾ ਉਪਯੋਗ ਕਰਦੇ ਹੋਏ ਮਿਲਟਰੀ ਗੁਪਤਤਾ ਨਾਲ ਗੱਲ ਕਰ ਸਕਦੀ ਹੈ, ਖੂਫੀਆ ਜਾਣਕਾਰੀ ਇਕੱਤਰ ਕਰ ਸਕਦੀ ਹੈ, ਬਿਨਾਂ ਦੁਸ਼ਮਣਾਂ ਨੂੰ ਪਤਾ ਲੱਗੇ ਫੌਜੀ ਟੋਲੀ ਨੂੰ ਰਾਹ ਦਿਖਾ ਸਕਦੀ ਹੈ। ਜੇ ਸਾਡੀਆਂ ਸੈਟੇਲਾਈਟਾਂ ਨੂੰ ਨਸ਼ਟ ਜਾਂ ਨੁਕਸਾਨ ਪਹੁੰਚਾਇਆ ਜਾਂਦਾ ਹੈ ਤਾਂ ਸਾਡੀਆਂ ਜ਼ਿੰਦਗੀਆਂ ਪ੍ਰਭਾਵਿਤ ਹੋਣਗੀਆਂ। ਇਸ ਤਰ੍ਹਾਂ ਸਾਡੇ ਲਈ ਉਹਨਾਂ ਦੀ ਰੱਖਿਆ ਕਰਨਾ ਕਾਫੀ ਮਹੱਤਵਪੂਰਨ ਹੈ। ਇਹਦਾ ਮਤਲਬ
ਜੇ ਸੈਟੇਲਾਈਟ ਸੁਰੱਖਿਅਤ ਨਹੀਂ ਹਨ ਤੁਹਾਡੇ ਲਈ ਕੋਈ ਲਾਈਵ ਕ੍ਰਿਕਟ ਮੈਚ ਨਹੀਂ। ਘਬਰਾ ਨਾ ਕੁਕੀ, ਇਸ ਕਰਕੇ ਸਾਡੇ ਕੋਲ ਮਾਹਰ ਹਨ ਜੋ DRDO ਦੇ ਮਹਾਨ ਵਿਗਿਆਨਿਕ ਹਨ। ਕੀ ਤੂੰ ਮਿਸ਼ਨ ਸ਼ਕਤੀ ਬਾਰੇ ਹੋਰ ਜਾਣਨਾ ਚਾਹੋਗੀ? ਬਿਲਕੁਲ। DRDO ਰੱਖਿਆ ਮੰਤਰਾਲੇ ਦੇ ਅਧੀਨ ਸਾਡੀ ਥਲ ਫੌਜ, ਹਵਾਈ ਫੌਜ ਅਤੇ ਜਲ ਸੈਨਾ ਦੁਆਰਾ ਨਿਰਧਾਰਿਤ ਕੀਤੀਆਂ ਲੋੜਾਂ ਦੇ ਮੁਤਾਬਕ ਰੱਖਿਆ ਪ੍ਰਣਾਲੀ ਵਿੱਚ ਸਵੈ ਨਿਰਭਰਤਾ ਨੂੰ ਵਧਾਉਣ ਦੇ ਪ੍ਰਤੀ ਕੰਮ ਕਰ ਰਿਹਾ ਹੈ। ਰੱਖਿਆ ਖੋਜ ਅਤੇ ਵਿਕਾਸ ਸੰਗਠਨ DRDO ਵਿਰੋਧੀਆਂ ਦੇ ਉੱਤੇ ਨਿਰਣਾਇਕ ਸਿਰ ਵਿੱਚ ਵਾਧਾ ਪ੍ਰਦਾਨ ਕਰਦੇ ਹੋਏ ਸਾਡੇ ਸੁਰੱਖਿਆ ਬਲਾਂ ਲਈ ਆਧੁਨਿਕ ਹਥਿਆਰ ਪ੍ਰਣਾਲੀਆਂ ਨੂੰ ਵਿਕਸਿਤ ਕਰਦਾ ਹੈ ਅਤੇ ਵਿਕਸਿਤ ਤਕਨੀਕਾਂ ਵਿੱਚ ਖੋਜ ਦਾ ਸੰਚਾਲਨ ਕਰਦਾ ਹੈ। DRDO ਹਥਿਆਰਾਂ ਲਈ ਤਕਨੀਕਾਂ ਪ੍ਰਦਾਨ ਕਰਦਾ ਹੈ। ਇਹ ਸਾਨੂੰ ਦੱਸਦਾ ਹੈ ਕਿ ਹਥਿਆਰ ਕਿਵੇਂ ਅਤੇ ਕਿਹੜਾ ਬਣਾਈਏ ਜਿਸ ਨਾਲ ਦੁਸ਼ਮਣਾਂ ਨੂੰ ਢੇਰ ਕਰ ਸਕੀਏ। ਅਸੀਂ 2 ਕਿਲੋਮੀਟਰ ਤੋਂ 5000 ਕਿਲੋਮੀਟਰ ਤੱਕ ਦੀ ਰੇਂਜ ਦੀਆਂ ਮਿਜ਼ਾਈਲਾਂ ਬਣਾਈਆਂ ਹਨ। ਸੁਰੱਖਿਆ ਬਲਾਂ ਦੀ ਲੋੜ ਨੂੰ ਪੂਰਾ ਕਰਨ ਵਾਲੀਆਂ ਕਈ ਵੱਖ-ਵੱਖ ਤਰ੍ਹਾਂ ਦੀਆਂ ਮਿਜ਼ਾਈਲਾਂ ਬਣਾਈਆਂ ਹਨ, ਜਿਵੇਂ ਐਂਟੀ ਟੈਂਕ ਮਿਜ਼ਾਈਲਾਂ, ਜੰਗੀ ਜਹਾਜ਼ਾਂ ਦੇ ਵਿਰੁੱਧ ਸਤਹ ਤੋਂ ਹਵਾਈ ਮਿਜ਼ਾਈਲਾਂ, ਹਵਾ ਤੋਂ ਹਵਾ ਵਿੱਚ ਮਾਰ ਕਰਨ ਵਾਲੀ ਮਿਜ਼ਾਈਲਾਂ, ਪਰਮਾਣੂ ਵਾਰਹੈਡਸ ਵਾਲੀਆਂ ਲੰਬੀ ਦੂਰੀ ਦੀ ਬੈਲਿਸਟਿਕ ਮਿਜ਼ਾਈਲਾਂ। ਇਸ ਤਰ੍ਹਾਂ ਦੀਆਂ ਹੋਰ ਕਈ ਮਿਜ਼ਾਈਲਾਂ ਵਿਕਸਿਤ ਕੀਤੀਆਂ ਹਨ। ਪਰ ਆਧੁਨਿਕ ਲੜਾਈ ਜ਼ਮੀਨ, ਹਵਾ ਅਤੇ ਪਾਣੀ ਤੋਂ ਅੰਤਰਿਕਸ਼ ਤੱਕ ਫੈਲ ਗਈ ਹੈ। ਅੰਤਰਿਕਸ਼ ਵਿੱਚ ਆਪਣੀ ਸੰਪत्ति ਦੀ ਸੁਰੱਖਿਆ ਕਰਨਾ ਹੁਣ ਜ਼ਰੂਰੀ ਬਣ ਗਿਆ ਹੈ। ਅੰਤਰਿਕਸ਼ ਰਾਸ਼ਟਰੀ ਰੱਖਿਆ ਦੀ ਇੱਕ ਨਵੀਂ ਸਰਹੱਦ ਦੇ ਤੌਰ ਤੇ ਵਿਕਸਿਤ ਹੋਇਆ ਹੈ। ਅੰਤਰਿਕਸ਼ ਹੁਣ ਕਿਸੇ ਵੀ ਦੇਸ਼ ਦੀ ਰੱਖਿਆ ਦਾ ਮਹੱਤਵਪੂਰਨ ਤੱਤ ਬਣ ਗਿਆ ਹੈ। ਅੱਜ ਅੰਤਰਿਕਸ਼ ਜੰਗ ਦਾ ਚੌਥਾ ਪਹਿਲੂ ਹੈ। 2015 ਵਿੱਚ ਸਾਡੇ ਦੂਰਦਰਸ਼ੀ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਰੱਖਿਆ ਵਿਗਿਆਨਿਕਾਂ ਨੂੰ ਭਵਿੱਖਮੁਖੀ ਡਿਟੈਰੈਂਸ ਤਕਨੀਕਾਂ ਤੇ ਕੰਮ ਕਰਨ ਲਈ ਕਿਹਾ। ਇਸ ਤਰ੍ਹਾਂ ਮਿਸ਼ਨ ਸ਼ਕਤੀ ਦਾ ਜਨਮ ਹੋਇਆ। ਪ੍ਰਧਾਨ ਮੰਤਰੀ ਜੀ ਨੇ ਜ਼ੋਰ ਦਿੱਤਾ ਕਿ ਇਸ ਦਾ ਹਰ ਕੰਮ ਦੇਸ਼ ਵਿੱਚ ਹੀ ਹੋਣਾ ਚਾਹੀਦਾ ਹੈ। ਸਾਨੂੰ ਕਿਸੇ ਵੀ ਦੇਸ਼ ਤੇ ਨਿਰਭਰ ਨਹੀਂ ਹੋਣਾ ਚਾਹੀਦਾ। ਇਹ 100% ਭਾਰਤ ਵਿੱਚ ਹੀ ਹੋਣਾ ਚਾਹੀਦਾ ਹੈ। DRDO ਨੇ ਇੱਕ ਡਿਟੈਰੈਂਸ ਯੋਗਤਾ ਦਾ ਵਿਕਾਸ ਕਰਨ ਲਈ ਪਰਿਯੋਜਨਾ ਤੇ ਕੰਮ ਕਰਨਾ ਸ਼ੁਰੂ ਕੀਤਾ। ਵਿਗਿਆਨਕਾਂ ਅਤੇ ਤਕਨੀਸ਼ੀਅਨਾਂ ਨੇ ਮਿਸ਼ਨ ਨੂੰ ਪੂਰਾ ਕਰਨ ਲਈ ਦਿਨ ਰਾਤ ਕੰਮ ਕੀਤਾ। ਸਿਰਫ 2 ਸਾਲਾਂ ਦੇ ਅੰਤਰਾਲ ਵਿੱਚ DRDO ਨੇ ਭਾਰਤ ਦੀ ਪਹਿਲੀ ਐਂਟੀ ਸੈਟੇਲਾਈਟ ਜਾਂ ASAT ਮਿਸਾਈਲ ਨੂੰ ਵਿਕਸਿਤ ਕੀਤਾ ਤਾਂ ਕਿ ਸਾਡੀਆਂ ਸੈਟੇਲਾਈਟਾਂ ਦੀ ਰੱਖਿਆ ਕੀਤੀ ਜਾ ਸਕੇ। ਇਸ ਦਾ ਸੰਪੂਰਨ ਉਦੇਸ਼ ਇੱਕ ਅਜਿਹੀ ਤਕਨੀਕ ਵਿਕਸਿਤ ਕਰਨਾ ਹੈ ਜੋ ਸਾਨੂੰ ਆਗਿਆ ਦੇਵੇ ਉਹਨਾਂ ਸੈਟੇਲਾਈਟਾਂ ਨੂੰ ਰੋਕਣ ਦੇ ਲਈ ਜੋ ਆਲੇ ਦੁਆਲੇ ਰੁਕਾਵਟਾਂ ਬਣ ਸਕਦੀਆਂ ਹਨ। ਪਰ ASAT ਮਿਸਾਈਲ ਨੂੰ ਹਾਸਲ ਕਰਨਾ ਕੋਈ ਸੌਖਾ ਕਾਰਨਾਮਾ ਨਹੀਂ ਸੀ। ਇਹ ਧਰਤੀ ਦੀ ਸਤਹ ਤੋਂ ਕਈ 100 ਕਿਲੋਮੀਟਰ ਦੀ ਦੂਰੀ ਤੇ ਕਿਸੇ ਅਜਿਹੀ ਚੀਜ਼ ਨੂੰ ਭੇਜਣਾ ਜੋ 3 ਫੁੱਟ ਬਾਏ 3 ਫੁੱਟ ਲਕਸ਼ ਦੇ ਕੇਂਦਰ ਤੇ ਮਾਰ ਕਰੇ, ਮੇਰੇ ਖਿਆਲ ਵਿੱਚ ਇੱਕ ਬਹੁਤ ਵੱਡੀ ਚੁਣੌਤੀ ਸੀ। ਐਂਟੀ ਸੈਟੇਲਾਈਟ ਟੈਸਟ ਇੱਕ ਕਾਫੀ ਜਟਿਲ ਮਿਸ਼ਨ ਹੈ। ਸੈਟੇਲਾਈਟ ਦਾ ਸਟੀਕਤਾ ਨਾਲ ਪਿੱਛਾ ਕਰਨਾ ਜ਼ਰੂਰੀ ਹੈ ਅਤੇ ਮਿਸਾਈਲ ਨੂੰ ਸਹੀ ਪਲ ਤੇ ਲਾਂਚ ਕੀਤਾ ਜਾਣਾ ਚਾਹੀਦਾ ਹੈ। ਮਿਸਾਈਲ ਨੂੰ ਉਸ ਸੈਟੇਲਾਈਟ ਤੇ ਜਾ ਕੇ ਹਮਲਾ ਕਰਨਾ ਸੀ ਜੋ ਲਗਭਗ 300 ਕਿਲੋਮੀਟਰ ਦੀ ਉਚਾਈ ਤੇ ਹੈ ਤੇ ਲਗਭਗ 7.8 ਕਿਲੋਮੀਟਰ ਪਰ ਸੈਕਿੰਡ ਤੇ ਸਫ਼ਰ ਕਰ ਰਿਹਾ ਹੈ ਅਤੇ ਮਿਸਾਈਲ 3 ਕਿਲੋਮੀਟਰ ਪਰ ਸੈਕਿੰਡ ਨਾਲੋਂ ਜ਼ਿਆਦਾ ਦੀ ਰਫ਼ਤਾਰ ਨਾਲ ਸਫ਼ਰ ਕਰ ਰਹੀ ਸੀ। ਭਾਵ ਦੋਨਾਂ ਵਸਤੂਆਂ ਵਿਚਕਾਰ ਅਨੁਸਾਰੀ ਗਤੀ ਲਗਭਗ 11 ਕਿਲੋਮੀਟਰ ਪਰ ਸੈਕਿੰਡ ਹੈ। ਇਸ ਮਿਸ਼ਨ ਦੀ ਵਿਸ਼ੇਸ਼ਤਾ ਇਹ ਹੈ ਕਿ ਮਿਸਾਈਲ ਸੈਟੇਲਾਈਟ ਦੇ ਉੱਤੇ ਕੁਝ ਸੈਂਟੀਮੀਟਰ ਦੀ ਉੱਚ ਸੁਨਿਸ਼ਚਿਤਤਾ ਦੇ ਨਾਲ ਜਾ ਕੇ ਲੱਗੇ। ਇਸ ਸ਼ਾਨਦਾਰ ਕਾਰਜ ਨੂੰ ਬਹੁਤ ਹੀ ਸਫਲਤਾਪੂਰਵਕ ਪੂਰਾ ਕਰਨ ਦੇ ਲਈ DRDO ਨੇ ਬਹੁਤ ਹੀ ਸ਼ਲਾਘਾਯੋਗ ਕੰਮ ਕੀਤਾ। 13 ਮੀਟਰ ਉੱਚੀ ASAT ਮਿਸਾਈਲ ਇੱਕ 3 ਚਰਣੀ ਇੰਟਰਸੈਪਟਰ ਮਿਸਾਈਲ ਹੈ। ਪਹਿਲਾ ਚਰਨ ਅਤੇ ਦੂਜਾ ਚਰਨ ਸੋਲਿਡ ਸਟੇਟ ਪ੍ਰੋਪੈਲੈਂਟ ਰਾਕੇਟ ਮੋਟਰ ਦਾ ਉਪਯੋਗ ਕਰਦਾ ਹੈ ਅਤੇ ਤੀਜਾ ਚਰਨ ਤਰਲ ਇੰਧਣ ਦਾ ਉਪਯੋਗ ਕਰਦਾ ਹੈ। ਪਹਿਲਾ ਚਰਨ ਇਸ ਮਿਸਾਈਲ ਨੂੰ 45 ਕਿਲੋਮੀਟਰ ਦੀ ਉਚਾਈ ਤੇ ਆਕਾਸ਼ ਵੱਲ ਨੂੰ ਧੱਕਦਾ ਹੈ। 45 ਕਿਲੋਮੀਟਰ ਤੋਂ ਬਾਅਦ ਬੂਸਟਰ ਅਲੱਗ ਹੋ ਜਾਂਦੇ ਹਨ ਅਤੇ ਮਿਸਾਈਲ ਆਪਣੇ ਦੂਜੇ ਚਰਨ ਵਿੱਚ ਦਾਖਲ ਹੁੰਦੀ ਹੈ। ਦੂਜਾ ਚਰਨ ਮਿਸਾਈਲ ਨੂੰ ਲਗਭਗ 110 ਕਿਲੋਮੀਟਰ ਤੱਕ ਅੱਗੇ ਲੈ ਕੇ ਜਾਂਦਾ ਹੈ। ਜਿਵੇਂ ਹੀ ਮਿਸਾਈਲ ਲੋ ਅਰਥ ਆਰਬਿਟ ਮੰਡਲ ਤੱਕ ਪਹੁੰਚਦੀ ਹੈ ਤਾਂ ਇਹ ਤੀਜੇ ਚਰਨ ਕਿਲ ਵਹੀਕਲ ਚਰਨ ਵਿੱਚ ਦਾਖਲ ਹੁੰਦੀ ਹੈ। ਇਸ ਚਰਨ ਤੇ ਤਾਪ ਕਵਚ ਨੂੰ ਅਲੱਗ ਕੀਤਾ ਜਾਂਦਾ ਹੈ ਅਤੇ ਮਿਸਾਈਲ ਆਪਣੀਆਂ ਅੱਖਾਂ ਇਨਫਰਾਰੈੱਡ ਸੀਕਰ ਨੂੰ ਖੋਲਦੀ ਹੈ।
ਇਨਫਰਾਰੈਡ ਸੀਕਰ ਲਕਸ਼ ਦਾ ਨਿਸ਼ਾਨਾ ਬਣਾਉਂਦਾ ਹੈ ਅਤੇ ਇਸ ਤੇ ਲੌਕ ਹੋ ਜਾਂਦਾ ਹੈ। ਇਹ ਲਗਾਤਾਰ ਲਕਸ਼ ਨੂੰ ਟਰੈਕ ਕਰਦਾ ਹੈ ਅਤੇ ਉਸ ਦੇ ਮੁਤਾਬਕ ਮਿਸਾਈਲ ਦੀ ਰਾਹ ਨਿਰਧਾਰਤ ਕਰਦਾ ਹੈ। ਇਹ ਸਿਸਟਮ ਯਕੀਨੀ ਬਣਾਉਂਦਾ ਹੈ ਕਿ ਕਿਲ ਵਹੀਕਲ ਸੈਟੇਲਾਈਟ ਦਾ ਬਿਲਕੁਲ ਸਹੀ ਤਰੀਕੇ ਨਾਲ ਖਾਤਮਾ ਕਰੇ। ਇਹ ਅਸਲ ਵਿੱਚ ਮਿਸ਼ਨ ਸ਼ਕਤੀ ਦਾ ਕੰਮ ਕਰਨ ਦਾ ਤਰੀਕਾ ਹੈ, ਉਸ ਵਾਹਨ ਦਾ ਮਾਰਗਦਰਸ਼ਨ ਜੋ ਕੰਮ ਕਰਦਾ ਹੈ। ਸਾਡੇ ਵਿਗਿਆਨਿਕਾਂ ਅਤੇ ਤਕਨੀਸ਼ੀਅਨਾਂ ਨੇ ਮਿਸ਼ਨ ਸ਼ਕਤੀ ਨੂੰ ਸਫਲ ਬਣਾਉਣ ਲਈ 2 ਸਾਲ ਕਾਫੀ ਸੰਪੂਰਨ ਗੁਪਤਤਾ ਨਾਲ ਅਤੇ ਮਿਹਨਤ ਨਾਲ ਕੰਮ ਕੀਤਾ। ਲਾਂਚ ਸੰਚਾਲਨ ਦੇ ਇਸ ਜਟਿਲ ਮਿਸ਼ਨ ਦੇ ਦੌਰਾਨ ਅਸੀਂ ਸਾਰੇ ਕਾਫੀ ਚਿੰਤਤ ਸੀ। ਸਾਡੇ ਸਾਰਿਆਂ ਦੇ ਕਈ ਸਾਲਾਂ ਦੇ ਯਤਨਾਂ ਦੀ ਜਾਂਚ ਸਿਰਫ 180 ਸੈਕਿੰਡਾਂ ਵਿੱਚ ਹੋਣ ਜਾ ਰਹੀ ਸੀ। ਉਹ ਪਲ ਜਦੋਂ ਸੈਟੇਲਾਈਟ ਨੇ ਇੰਟਰਸੈਪਟਰ ਮਿਸਾਈਲ ਨੂੰ ਮਾਰਿਆ, ਤੁਹਾਨੂੰ ਸਾਰੇ ਵਿਗਿਆਨਿਕ ਸਮੁਦਾਇ ਵੱਲ ਦੇਖਣਾ ਚਾਹੀਦਾ ਸੀ ਕਿ ਕਿਵੇਂ ਉਹਨਾਂ ਨੇ ਨੱਚ ਕੇ ਛਲਾਂਗਾ ਮਾਰ ਕੇ ਇਸ ਸਫਲਤਾ ਦੇ ਆਨੰਦ ਦਾ ਜਸ਼ਨ ਮਾਣਿਆ। भारत को सामर्थ्यवान बनाने में आप सब वैज्ञानिकों ने, टेक्नीशियंस ने, आईटीआर, डीआरडीओ टीम ने जिस लगन के साथ इस सपने को पूरा किया, मैं बहुत बहुत बधाई देता हूं आपको। आप लोगों ने दुनिया को यह संदेश दे दिया है अपनी सफलता के माध्यम से कि हम भी कुछ कम नहीं है। वाह पाजी, कि मैं भी वैज्ञानिक बन सकती हूँ, पर किवें? बिल्कुल, तू भी वैज्ञानिक बन सकती है। ਵਿਗਿਆਨਕ ਆਪਣੇ ਬਚਪਨ ਦੇ ਦਿਮਾਗ ਨੂੰ ਜਿੰਦਾ ਰੱਖਦਾ ਹੈ। ਉਹ ਪ੍ਰਯੋਗ ਕਰਦਾ ਹੈ, ਕਾਰਨਾਮੇ ਕਰਦਾ ਹੈ ਅਤੇ ਉਸ ਨੂੰ ਇੱਕ ਨਜ਼ਰੀਆ ਮਿਲ ਜਾਂਦਾ ਹੈ। ਉਹ ਹਮੇਸ਼ਾ ਇਹ ਸੋਚਦਾ ਹੈ ਕਿ ਸਭ ਕੁਝ ਸੰਭਵ ਹੈ ਅਤੇ ਇਸ ਨੂੰ ਕੀਤਾ ਜਾ ਸਕਦਾ ਹੈ। ਤੇ ਮੈਨੂੰ ਲੱਗਦਾ ਹੈ ਤੁਹਾਨੂੰ ਲੋਕਾਂ ਨੂੰ ਵੀ ਇਹੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਆਪਣੇ ਵਿੱਚ ਬਚਪਨ ਨੂੰ ਜ਼ਿੰਦਾ ਰੱਖੋ। ਤੁਹਾਡਾ ਦਿਮਾਗ ਹਮੇਸ਼ਾ ਨਵੇਂ ਵਿਚਾਰਾਂ ਅਤੇ ਨਵੀਆਂ ਉਚਾਈਆਂ ਦੇ ਲਈ ਖੁੱਲ੍ਹਾ ਰਹਿਣਾ ਚਾਹੀਦਾ ਹੈ। ਦੋਸਤੋ, ਇੱਕ ਦੇਸ਼ ਵਜੋਂ ਅਸੀਂ ਬਹੁਤ ਕੁਝ ਹਾਸਲ ਕੀਤਾ। ਅਸੀਂ ਬਹੁਤ ਸਾਰੀਆਂ ਆਧੁਨਿਕ ਮਿਸਾਈਲ ਪ੍ਰਣਾਲੀਆਂ ਨੂੰ ਵਿਕਸਿਤ ਕੀਤਾ। ਅਸੀਂ ਆਪਣੇ ਖੁਦ ਦੇ ਜੰਗੀ ਜਹਾਜ਼ਾਂ ਨੂੰ ਵਿਕਸਿਤ ਕੀਤਾ। ਅਸੀਂ ਮੁੱਖ ਜੰਗੀ ਟੈਂਕਾਂ ਨੂੰ ਵਿਕਸਿਤ ਕੀਤਾ ਹੈ। ਅਸੀਂ ਬਹੁਤ ਸਾਰੀਆਂ ਇਲੈਕਟ੍ਰੋਨਿਕ ਜੰਗ ਪ੍ਰਣਾਲੀਆਂ, ਸੋਨਰ ਪ੍ਰਣਾਲੀਆਂ, ਰਡਾਰ ਪ੍ਰਣਾਲੀਆਂ ਅਤੇ ਇੱਥੋਂ ਤੱਕ ਕਿ ਬੈਲਿਸਟਿਕ ਹਥਿਆਰ ਪ੍ਰਣਾਲੀ ਨੂੰ ਵਿਕਸਿਤ ਕੀਤਾ ਹੈ। ਐਂਟੀ ਸੈਟੇਲਾਈਟ ਮਿਸ਼ਨ ਕਰਕੇ ਅੱਜ ਦੁਨੀਆ ਦੇ ਵਿੱਚ ਸਾਡੀ ਅਲੱਗ ਪਛਾਣ ਬਣੀ ਹੈ। ਪਰ ਦੋਸਤੋ, ਅਸੀਂ ਬਹੁਤ ਕੁਝ ਹਾਸਲ ਕਰਨਾ ਹੈ। ਹਾਲੇ ਬਹੁਤ ਕੁਝ ਕਰਨਾ ਬਾਕੀ ਹੈ। ਦੇਸ਼ ਸਿਰਫ ਤਕਨੀਕਾਂ ਦੇ ਨਾਲ ਹੀ ਖੁਸ਼ਹਾਲ ਬਣ ਸਕਦਾ ਹੈ। ਇਹ ਸਭ ਕੁਝ ਤੁਹਾਡੇ ਹੱਥਾਂ ਵਿੱਚ ਹੈ। ਤੁਹਾਨੂੰ ਨਵੇਂ ਵਿਚਾਰਾਂ, ਨਵੀਨਤਾਕਾਰੀ ਸੋਚ ਦੇ ਨਾਲ ਅੱਗੇ ਆਉਣ ਦੀ ਲੋੜ ਹੈ। ਆਪਣੀ ਸੋਚ ਨੂੰ ਸਕਰੀय, ਜ਼ਿੰਦਾ ਦਿਲ ਅਤੇ ਆਧੁਨਿਕ ਰੱਖਣ ਦੀ ਲੋੜ ਹੈ। ਸਿਰਫ ਇਹੀ ਤਰੀਕਾ ਹੈ ਜਿਸ ਨਾਲ ਦੇਸ਼ ਖੁਸ਼ਹਾਲ ਅਤੇ ਮਜ਼ਬੂਤ ਬਣ ਸਕਦਾ ਹੈ। ਇਹ ਸਭ ਕੁਝ ਤੁਹਾਡੇ ਹੱਥਾਂ ਵਿੱਚ ਹੈ। ਆਓ ਇਸ ਦੇਸ਼ ਨੂੰ ਇੱਕ ਖੁਸ਼ਹਾਲ ਦੇਸ਼ ਬਣਾਓ ਆਪਣੇ ਵਿਚਾਰਾਂ ਦੇ ਨਾਲ। ਜੈ ਹਿੰਦ। ചില സാറ്റലൈറ്റ്സ് എർത്തിൻ്റെ ഓർബിറ്റിൽ റിവോൾവ് ആവും. അപ്പോൾ വേറെ കൺട്രീസ് നമ്മളുടെ കൺട്രിയുടെ പുറത്ത് സ്പൈ ചെയ്യുമ്പോൾ ആൻറ്റി സാറ്റലൈറ്റ് മിസൈൽ നമ്മൾ लॉन्च ചെയ്ത് അതിനെ നശിപ്പിക്കും. थोड़े सैटेलाइट्स हैं जो अर्थ के अराउंड रिवॉल्व करते हैं, तो वो थोड़े सैटेलाइट्स स्पाइंग के लिए भी यूज़ होते हैं। तो साइंटिस्ट अवॉइड करने के लिए थोड़े एंटी सैटेलाइट मिसाइल्स प्लान किया। நம்ம கண்ட்ரி சேட்டலைட்ஸை காப்பாற்றுறதுக்காக நம்ம மிசைல் ஒன்று உருவாக்கியிருக்கோம். அது வந்து மற்ற நாடுலேருந்து வர சேட்டலைட்ஸை காப்பாற்றணும். అది మన సైంటిస్ట్ స్పేస్లో పంపించారు. అది పంపించడం వల్ల మనల్ని ఆ ఎసెట్ మిసైల్ శాటిలైట్స్ నుంచి రక్షిస్తుంది. আমি ডিআরডিও সাইন্টিস্টের প্রতি অনেক গর্ব। Yelmabuz scientist ke acho kormot ASAT missile Yelmabuz mein go very proud feel. Like, you know, if there are any enemy satellites coming to, like, you know, spy on our country, then you can just shoot a missile and their satellite will collapse. ডিআরডিও সাইন্টিস্টরা অনেক ভালো আবিষ্কার করে ওটাকে হিট করলো। Yes, 27th March 2019. It was successful in 3 minutes and the mission's name was Mission Shakti. And now India is one of the 4 countries who has an ASAT weapon, I guess.
So I've drawn the Earth. And done. I forgot one thing. It's a missile launcher launching a huge missile and making the enemy's